ਕਿ ਸੱਚਮੁੱਚ ਭਗਵਾਨ ਸ਼੍ਰੀ ਰਾਮ ਮੰਦਿਰ ਨਾਲ ਜੁੜੇ ਮਾਮਲੇ ਨੇ ਕਰੋੜਾਂ ਭਗਤਾਂ ਨੂੰ ਝੰਜੋੜ ਦਿੱਤਾ ਹੈ। ਆਖਿਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਅਜਿਹੀ ਕਿਹੜੀ ਚਿੱਠੀ ਲਿਖਵਾਈ ਜਿਸ ਨੇ ਦੇਸ਼ ਭਰ ਦੇ ਰਾਮ ਭਗਤਾਂ ਤੋਂ ਦਸਤਖਤ ਕਰਵਾਉਣ ਦੀ ਅਪੀਲ ਕੀਤੀ ਗਈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰਾ ਮਾਮਲਾ ਸਮਝਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ JNJ ਨਿਊਜ਼ ਇੰਡੀਆ। ਇਸ ਵੀਡੀਓ ਵਿੱਚ ਅਸੀਂ ਦੱਸਾਂਗੇ ਕਿ ਅਰਵਿੰਦ ਕੇਜਰੀਵਾਲ ਨੇ ਕੀ ਕਿਹਾ, ਚਿੱਠੀ ਵਿੱਚ ਕੀ ਲਿਖਿਆ ਗਿਆ, ਇਸ ਮੁਹਿੰਮ ਦਾ ਮਕਸਦ ਕੀ ਦੱਸਿਆ ਗਿਆ ਅਤੇ ਇਸ ਤੇ ਰਾਜਨੀਤਿਕ ਪ੍ਰਤੀਕਿਰਿਆਵਾਂ ਕੀ ਆਈਆਂ। ਦਿੱਲੀ ਵਿੱਚ ਹੋਏ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਸਿਰਫ ਇੱਕ ਰਾਜਨੀਤਿਕ ਮੁਹਿੰਮ ਨਹੀਂ ਸਗੋਂ ਰਾਮ ਭਗਤਾਂ ਦੀ ਆਵਾਜ਼ ਹੈ। ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇੱਕ ਖੁੱਲੀ ਚਿੱਠੀ ਤਿਆਰ ਕੀਤੀ ਗਈ ਹੈ। ਉਹਨਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਉਹ ਇਸ ਚਿੱਠੀ ਤੇ ਦਸਤਖਤ ਕਰਨ ਅਤੇ ਫਿਰ ਆਪਣੇ ਇਲਾਕਿਆਂ ਵਿੱਚ ਵੀ ਲੋਕਾਂ ਤੋਂ ਦਸਤਖਤ ਕਰਵਾਉਣ। ਉਹਨਾਂ ਦਾ ਕਹਿਣਾ ਸੀ ਮੰਦਿਰ ਜਾਂ ਹੋਰ ਜਨਤਕ ਥਾਵਾਂ ਤੇ ਛੋਟੇ ਵੱਡੇ ਇਕੱਠ ਕਰਕੇ ਪਹਿਲਾਂ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਜਾਵੇ ਅਤੇ ਫਿਰ ਆਰਤੀ ਕੀਤੀ ਜਾਵੇ। ਫਿਰ ਇਹ ਚਿੱਠੀ ਪੜ੍ਹ ਕੇ ਲੋਕਾਂ ਨੂੰ ਸੁਣਵਾਈ ਜਾਵੇ ਅਤੇ ਫਿਰ इस चिट्ठी ते दस्तखत करवाए जान। श्री राम मंदिर के निर्माण में योगदान दिया था। कई लोगों ने तो अपनी पूरी जिंदगी की जमा पूंजी दे दी थी। अधिकांश लोगों ने रसीद तक नहीं मांगी। सबने सोचा ये तो भगवान का घर है, यहां रसीद क्या मांगनी। आज उस विश्वास को मेरी भारी ठेस पहुंची है। चिट्ठी ਵਿੱਚ ਲਿਖਿਆ ਗਿਆ ਸੀ ਕਿ ਰਾਮ ਮੰਦਿਰ ਨਾਲ ਜੁੜੀਆਂ ਸਾਹਮਣੇ ਆਈਆਂ ਖਬਰਾਂ ਅਤੇ ਦੋਸ਼ਾਂ ਨੇ ਕਈ ਭਗਤਾਂ ਨੂੰ ਦੁਖੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਦੇਸ਼ ਭਰ ਦੇ ਲੋਕਾਂ ਨੇ ਆਪਣੀ ਸ਼ਰਧਾ ਨਾਲ ਦਾਨ ਦਿੱਤਾ ਅਤੇ ਭਰੋਸਾ ਕੀਤਾ ਕਿ ਇਹ ਭਗਵਾਨ ਸ਼੍ਰੀ ਰਾਮ ਦਾ ਕੰਮ ਹੈ। श्री राम मंदिर से संबंधित हर कार्य को आपने, प्रधानमंत्री जी, आपने आगे बढ़ चढ़ के किया। राम जन्मभूमि तीर्थ क्षेत्र ट्रस्ट आपने बनाया, उसके हर सदस्य को आपने व्यक्तिगत रूप से चुन के नियुक्त किया। ये सभी ट्रस्ट के सदस्य आपके बेहद करीबी माने जाते हैं। अब जब इतने बड़े स्तर पे बेईमानी हो गई तो आपकी चुप्पी से मैं आहत हूं। चिट्ठी ਵਿੱਚ ਅੱਗੇ ਕਿਹਾ ਗਿਆ ਕਿ ਕਿਉਂਕਿ ਪ੍ਰਧਾਨ ਮੰਤਰੀ ਨੇ ਮੰਦਿਰ ਦੇ ਨਿਰਮਾਣ ਨਾਲ ਜੁੜੇ ਕਈ ਮੌਕਿਆਂ ਦੇ ਮਹੱਤਵਪੂਰਨ ਭੂਮਿਕਾ ਨਿਭਾਈ, ਇਸ ਲਈ ਭਗਤਾਂ ਨੂੰ ਉਮੀਦ ਹੈ ਕਿ ਜੇ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਜਾਂ ਗੜਬੜੀ ਹੋਈ ਹੈ ਉਸ ਦੀ ਨਿਰਪੱਖ ਜਾਂਚ ਹੋਵੇਗੀ ਅਤੇ ਜੇ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। 2021 के पहले से ही ट्रस्ट में जमीनों के घोटाले, निर्माण कार्यों में 40% की कमीशन खोरी और अब इतने बड़े पैमाने पे चढ़ावा चोरी, ये सभी खबरें पिछले कई वर्षों से लगातार प्रमुखता से मीडिया में आती रही हैं। मुझे लगता रहा कि ये सब मोदी जी के संज्ञान में होगा और मोदी जी किसी भी दोषी को छोड़ेंगे नहीं। ਅਰਵਿੰਦ ਕੇਜਰੀਵਾਲ ਨੇ ਇਸ ਨੂੰ ਲੋਕਾਂ ਦੀ ਆਵਾਜ਼ ਦੱਸਦਿਆਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਦੇ ਨਾਲ ਜੁੜਨ। ਅਰਵਿੰਦ ਕੇਜਰੀਵਾਲ ਨੇ ਇੱਥੇ ਸਿਰਫ ਚਿੱਠੀ ਪੜ੍ਹ ਕੇ ਨਹੀਂ ਸੁਣਾਈ ਸਗੋਂ ਇਹ ਦੇਸ਼ ਪੱਧਰੀ ਦਸਤਕ ਮੁਹਿੰਮ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਲੋਕ ਇਸ ਚਿੱਠੀ ਦੇ ਨਾਲ ਜੁੜਨ ਤਾਂ ਜੋ ਇਹ ਪ੍ਰਧਾਨ ਮੰਤਰੀ ਤੱਕ ਪਹੁੰਚ ਸਕੇ। लेकिन पिछले कुछ दिनों के घटनाक्रम ने मेरे विश्वास को धक्का पहुंचाया है। ऐसा लग रहा है कि भगवान के दोषियों को सजा दिलाने की बजाय बचाने की कोशिश की जा रही है। ऐसा लगता है SIT और FIR मात्र लोगों को धूल झोंकने, आंखों में धूल झोंकने और मामले को रफा दफा करने की कोशिश है। छोटे छोटे कर्मचारियों को पकड़ लिया और बड़े लोगों को बचाने की कोशिश की जा रही है। प्रधानमंत्री जी ऐसा मत कीजिए। ਉਹਨਾਂ ਕਿਹਾ ਕਿ ਹਰ ਇਲਾਕੇ ਵਿੱਚ ਛੋਟੇ ਵੱਡੇ ਇਕੱਠ ਕੀਤੇ ਜਾਣ। ਜੇ ਮੰਦਿਰ ਵਿੱਚ ਇਕੱਠ ਹੋਵੇ ਤਾਂ ਪਹਿਲਾਂ ਹਨੂਮਾਨ ਚਾਲੀਸਾ ਦਾ ਪਾਠ ਅਤੇ ਆਰਤੀ ਕੀਤੀ ਜਾਵੇ, ਉਸ ਤੋਂ ਬਾਅਦ ਇਹ ਚਿੱਠੀ ਲੋਕਾਂ ਨੂੰ ਪੜ੍ਹ ਕੇ ਸੁਣਾਈ ਜਾਵੇ ਅਤੇ ਉਹਨਾਂ ਤੋਂ ਦਸਤਖਤ ਕਰਵਾਏ ਜਾਣ। ਕੇਜਰੀਵਾਲ ਦਾ ਕਹਿਣਾ ਹੈ ਕਿ ਇਹ ਕਿਸੇ ਪਾਰਟੀ ਦੀ ਮੁਹਿੰਮ ਨਹੀਂ ਸਗੋਂ ਉਹਨਾਂ ਭਗਤਾਂ ਦੀ ਆਵਾਜ਼ ਹੈ ਜੋ ਚਾਹੁੰਦੇ ਹਨ ਕਿ ਸਾਹਮਣੇ ਆਏ ਦੋਸ਼ਾਂ ਦੀ ਨਿਰਪੱਖ ਜਾਂਚ ਹੋਵੇ ਅਤੇ ਜੇ ਕੋਈ ਦੋਸ਼ੀ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇ। एक चिट्ठी बनाई गई है प्रधानमंत्री के नाम। एक तो आप सबने जाने से पहले ये चिट्ठी दस्तखत करके जानी है। एक एक चिट्ठी आपको दी जाएगी। इस चिट्ठी में लिखा है, ये चिट्ठी प्रधानमंत्री के नाम है एक राम भक्त की तरफ से। राम भक्त प्रधानमंत्री जी को क्या कह रहा है? आदरणीय प्रधानमंत्री जी,
श्री राम मंदिर में हुई चढ़ावा चोरी ने मुझे अंदर तक झकझोर दिया है कि नहीं है? करोड़ों श्रद्धालुओं ने अपनी छोटी बड़ी बचत से श्री राम मंदिर के निर्माण में योगदान दिया था। कई लोगों ने तो अपनी पूरी जिंदगी की जमा पूंजी दे दी थी। अधिकांश लोगों ने रसीद तक नहीं मांगी। सबने सोचा ये तो भगवान का घर है, यहां रसीद क्या मांगनी। आज उस विश्वास को मेरी भारी ठेस पहुंची है। श्री राम मंदिर से संबंधित हर कार्य को आपने, प्रधानमंत्री जी, आपने आगे बढ़ चढ़ के किया। राम जन्मभूमि तीर्थ क्षेत्र ट्रस्ट आपने बनाया, उसके हर सदस्य को आपने व्यक्तिगत रूप से चुन के नियुक्त किया। ये सभी ट्रस्ट के सदस्य आपके बेहद करीबी माने जाते हैं। अब जब इतने बड़े स्तर पे बेईमानी हो गई तो आपकी चुप्पी से मैं आहत हूं। 2021 के पहले से ही ट्रस्ट में जमीनों के घोटाले, निर्माण कार्यों में 40% की कमीशन खोरी और अब इतने बड़े पैमाने पे चढ़ावा चोरी, ये सभी खबरें पिछले कई वर्षों से लगातार प्रमुखता से मीडिया में आती रही हैं। मुझे लगता रहा कि ये सब मोदी जी के संज्ञान में होगा और मोदी जी किसी भी दोषी को छोड़ेंगे नहीं। भगवान राम के मंदिर से चोरी करने वाले दोषियों को सरेआम फांसी दी जानी चाहिए। उन्हें बचाना महापाप है। मोदी जी, मैं आपको यह पत्र बहुत उम्मीद से लिख रहा हूं, सही है? इसको साइन करोगे एक तो, उसके बाद आप लोगों ने अब जिम्मेदारी लेनी है। अपने अपने इलाके में, अपने घर में, पड़ोस में, मंदिर में या कोई हॉल बुक करके लोगों को, सबको आमंत्रित करना है। अपने मोहल्ले के लोगों को, सोसाइटी के लोगों को, गली के लोगों को आमंत्रित करना है और सब लोगों को आमंत्रित करके वहां पे हनुमान चालीसा का पाठ करना है। हनुमान चालीसा का पाठ करके हनुमान जी की आरती करनी है और उसके बाद सबको ये चिट्ठी पढ़ के सुनानी है और सबको चिट्ठी पे दस्तखत करवाने हैं। हर राम भक्त से दस्तखत कराने हैं। तो अगर 25-30 लोग अपने घर पे बुला लो या मंदिर मिल जाए, हॉल मिल जाए तो 300-400 लोगों को बुला लो। हनुमान चालीसा का पाठ करो, हनुमान जी की आरती करो और उसके बाद इस चिट्ठी पे दस्तखत कराओ। कराओगे? भगवान के मंदिर में खड़े हो, झूठे हाथ मत उठा देना। जो जो कराए हाथ खड़े कर दो। बोल श्री रामचंद्र महाराज की। ਦੂਜੇ ਪਾਸੇ ਇਸ ਮੁਹਿੰਮ ਨੂੰ ਲੈ ਕੇ ਰਾਜਨੀਤਿਕ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਭਾਜਪਾ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਹ ਇੱਕ ਰਾਜਨੀਤਿਕ ਮੁਹਿੰਮ ਹੈ। ਇਸ ਤਰ੍ਹਾਂ ਇਸ ਮਾਮਲੇ ਤੇ ਵੱਖ-ਵੱਖ ਪੱਖ ਆਪਣੀ ਆਪਣੀ ਰਾਏ ਰੱਖ ਰਹੇ ਹਨ। ਹੁਣ ਇਹ ਮੁਹਿੰਮ ਕਿੰਨੀ ਵੱਡੀ ਬਣਦੀ ਹੈ ਤੇ ਇਸ ਦਾ ਅੱਗੇ ਕੀ ਅਸਰ ਹੁੰਦਾ ਹੈ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋਵੇਗਾ। ਪਰ ਇਸ ਸਮੇਂ ਇਹ ਮਾਮਲਾ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਤੁਹਾਡੀ ਕੀ ਰਾਏ ਹੈ ਕਿ ਇਸ ਤਰ੍ਹਾਂ ਦੀ ਦਸਤਕ ਮੁਹਿੰਮ ਨਾਲ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚ ਸਕਦੀ ਹੈ ਕਿ ਇਸ ਮਾਮਲੇ ਦੀ ਹੋਰ ਜਾਂਚ ਹੋਣੀ ਚਾਹੀਦੀ ਹੈ? ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ। ਜੇ ਤੁਹਾਨੂੰ ਇਹ ਵੀਡੀਓ ਜਾਣਕਾਰੀ ਭਰੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰੋ ਅਤੇ JNJ ਨਿਊਜ਼ ਇੰਡੀਆ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਧੰਨਵਾਦ ਜੀ।